ਚਾਹੇ ਸਰਕਾਰ ਦਾ ਸਪੋਰਟ ਹੋਏ ਨਾ ਹੋਏ, ਸੇਵਾ ਨੂੰ ਕੋਈ ਨਹੀਂ ਰੋਕ ਸਕਦਾ। ਇਹ ਗੁਰੂ ਨਾਨਕ ਮਹਾਰਾਜ ਦੀ ਸੇਵਾ ਚੱਲ ਰਹੀ ਹੈ ਤੇ ਅੱਗੇ ਵੀ ਚੱਲਦੀ ਰਹੂਗੀ। ਜਿੱਥੇ ਕੋਈ ਜਾਣ ਦੀ ਨਹੀਂ ਸੋਚਦਾ, ਉੱਥੇ ਗੁਰੂ ਮਹਾਰਾਜ ਦਾ ਸਿੱਖ ਜਾਣਦੇ। ਕੰਸਟਰਕਸ਼ਨ ਤੋਂ ਲੈ ਕੇ ਬੈੱਡ ਦਾ ਆਰਡਰ ਪਲੇਸ ਕਰਨ ਤੋਂ ਲੈ ਕੇ ਸਾਰੀ ਫੈਸਿਲਿਟੀ, ਪਾਈਪਲਾਈਨ, ਇਲੈਕਟ੍ਰਿਸਿਟੀ, ਪਲੰਬਿੰਗ, ਟਾਇਲਟਸ, ਇਹ ਸਾਰਾ ਕੰਮ ਅਸੀਂ 48 ਆਵਰਸ ਦੇ ਲਗਭਗ ਅਸੀਂ ਕਰਤਾ ਸੀਗਾ। ਜਿਹਦੇ ਵਿੱਚ ਜਿਗਰਾ ਹੈ, ਜਿਹਦੇ ਵਿੱਚ ਚਾਅ ਹੈ ਮਰਨ ਦਾ। ਅਸੀਂ ਤਾਂ ਰੋਜ਼ ਕਹਿੰਦੇ ਹਾਂ, ਪਹਿਲਾ ਮਰਨ ਕਬੂਲ, ਜੀਵਨ ਕੀ ਛੜਿਆਸ, ਹੋ ਸਭਨਾ ਕੀ ਰੇਣਕਾ ਤੋਂ ਆਓ ਹਮਾਰੇ ਪਾਸ। ਜਿਹੜਾ ਸਿੱਖ ਰੋਜ਼ ਸਿੱਖਦਾ ਹੀ ਇਹ ਹੈ ਕਿ ਮਰਨਾ ਕਿਵੇਂ, ਉਹਦੇ ਵਾਸਤੇ ਕੋਈ ਨਵੀਂ ਗੱਲ ਨਹੀਂ ਹੈ। ਮੈਨੂੰ 2 ਵਾਰੀ ਹੋ ਗਿਆ। ਇੱਕ ਵਾਰੀ ਤਾਂ ਟੈਸਟ ਦੇ ਵਿੱਚ ਆ ਗਿਆ ਸੀ, ਦੂਜੀ ਵਾਰੀ ਸਿੰਪਟਮ ਪੂਰੇ ਸੀਗੇ, ਮੈਂ ਟੈਸਟ ਹੀ ਨਹੀਂ ਕਰਾਇਆ। ਮੈਂ ਕਿਹਾ ਕੋਈ ਨਹੀਂ, ਗੁਰੂ ਦੇ ਹੁਕਮ ਦੇ ਵਿੱਚ ਪੂਰੇ ਪਰਿਵਾਰ ਨੂੰ, ਅਸੀਂ ਮੇਰੀ ਮਾਤਾ ਜੀ, ਮੇਰੀ ਦਾਦੀ ਮਾਂ ਨੂੰ, ਮੇਰੇ ਪਿਤਾ ਜੀ ਨੂੰ, ਸਭ ਨੂੰ ਕਰੋਨਾ ਹੋਇਆ ਸੀ। ਬਟ ਗੁਰੂ ਦਾ ਹੁਕਮ ਹੈ, ਜਿੰਨੀ ਸਾਸ ਲਿਖੀ ਹੈ, ਜਿੰਨੇ ਸਵਾਸ ਲਿਖੇ ਨੇ, ਉਹ ਅਸੀਂ ਨਿਭਾਉਣੇ ਹੀ ਹਾਂ। ਤੁਸੀਂ ਖਾਲਸਾ ਏਡ ਦਾ ਐਗਜ਼ਾਮਪਲ ਲੈ ਲਓ, ਉਹਦਾ ਉੱਤੇ ਵੀ ਕੁਐਸਚਨ, ਸਾਡੇ ਉੱਤੇ ਵੀ ਕੁਐਸਚਨ ਨੇ। ਬਟ ਜਿਹੜਾ ਇੱਕ ਸਿੱਖ ਹੈ, ਉਹਨੇ ਸੇਵਾ ਤੋਂ ਪਿੱਛੇ ਨਹੀਂ ਹਟਣਾ। ਰੋਜ਼ਾਨਾ ਸਪੋਕਸਮੈਨ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੁਰਖਾਬ। ਦੋਸਤੋ, ਜਦੋਂ ਸਰਕਾਰੀ ਤੰਤਰ ਫੇਲ ਹੋ ਗਿਆ, ਸਰਕਾਰ ਵੱਲੋਂ ਵੱਡੇ ਵੱਡੇ ਦਾਅਵੇ ਜਿਸ ਮੈਡੀਕਲ ਸੁਵਿਧਾਵਾਂ ਦੇ ਕੀਤੇ ਗਏ ਉਹ ਫੇਲ ਹੋ ਗਏ, ਤਾਂ ਉਦੋਂ ਬਹੁਤ ਸਾਰੀਆਂ ਸਿੱਖ ਸੰਸਥਾਵਾਂ ਦੀ ਗੱਲ ਕਰ ਲਈਏ ਜਾਂ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨੇ, ਉਹ ਅੱਗੇ ਆਈਆਂ ਤੇ ਲੋਕਾਂ ਨੂੰ ਇੱਕ ਉਮੀਦ ਨਵੀਂ ਦਿੱਤੀ, ਲੋਕਾਂ ਦੀ ਜਾਨ ਬਚਾਉਣ ਦੇ ਵਿੱਚ ਇੱਕ ਵੱਡਾ ਸਹਿਯੋਗ ਦਿੱਤਾ। ਹੇਮਕੁੰਟ ਫਾਊਂਡੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਆਕਸੀਜਨ ਦੇ ਲੰਗਰ ਲਾਏ ਜਾ ਰਹੇ ਨੇ। ਲੋਕਾਂ ਨੂੰ ਕਰੋਨਾ ਦੇ ਚੱਲਦੇ ਜੋ ਫਸਟ ਏਡ ਦੇਣੀ ਜ਼ਰੂਰੀ ਹੈ, ਉਹ ਮੁਹੱਈਆ ਕਰਵਾਈ ਜਾ ਰਹੀ ਹੈ। ਲੋਕਾਂ ਦੀ ਜਾਨ ਬਚਾਉਣ ਦੇ ਵਿੱਚ ਇੱਕ ਵੱਡਾ ਸਹਿਯੋਗ ਦਿੱਤਾ ਜਾ ਰਿਹਾ। ਮੇਰਾ ਹਰਤੀਰਥ ਨੇ ਜੋ ਲਗਾਤਾਰ ਇਸ ਹੇਮਕੁੰਟ ਫਾਊਂਡੇਸ਼ਨ ਦੇ ਵਿੱਚ ਸੇਵਾ ਨਿਭਾ ਰਹੇ ਨੇ, ਤੇ ਉਹਨਾਂ ਤੋਂ ਜਾਣ ਲੈਂਦੇ ਆ ਕਿਸ ਤਰੀਕੇ ਦੇ ਨਾਲ ਸਿਸਟਮ ਚਲਾਇਆ ਜਾ ਰਿਹਾ ਹੈ, ਕਿਵੇਂ ਸਰਕਾਰ ਦੇ ਠੱਪ ਪਏ ਸਿਸਟਮ ਨੂੰ ਸੁਰਜੀਤ ਕੀਤਾ ਜਾ ਰਿਹਾ, ਉਹ ਵੀ ਬਿਨਾਂ ਕਿਸੇ ਸਰਕਾਰੀ ਸਹਾਇਤਾ ਦੇ। ਇੱਥੇ ਬੇਸਿਕਲੀ ਅਸੀਂ ਪਹਿਲਾਂ ਵੀ ਵੇਖਾਂਗੇ, 11 ਸਾਲ ਤੋਂ ਸੇਵਾ ਕਰ ਰਹੇ ਹਾਂ ਤੇ ਸੇਵਾ ਚੱਲਦੀ ਰਹੂਗੀ। 400 ਸਾਲ ਤੋਂ ਚੱਲ ਰਹੀ ਹੈ, ਨਾ ਕਿਸੇ ਨੇ ਰੋਕਣੀ ਹੈ, ਨਾ ਕੋਈ ਬੰਦ ਕਰ ਪਾਊਗਾ ਅੱਗੇ ਆ ਕੇ। ਤੇ ਚਾਹੇ ਸਰਕਾਰ ਦਾ ਸਪੋਰਟ ਹੋਏ ਨਾ ਹੋਏ, ਸੇਵਾ ਨੂੰ ਕੋਈ ਨਹੀਂ ਰੋਕ ਸਕਦਾ। ਇਹ ਗੁਰੂ ਨਾਨਕ ਮਹਾਰਾਜ ਦੀ ਸੇਵਾ ਚੱਲ ਰਹੀ ਹੈ ਤੇ ਅੱਗੇ ਵੀ ਚੱਲਦੀ ਰਹੂਗੀ। ਇਹਦੇ ਵਿੱਚ ਸੰਗਤ ਦਾ ਸਪੋਰਟ ਸਭ ਤੋਂ ਜ਼ਿਆਦਾ ਵੱਡਾ ਆ। ਤੇ ਕਹਾਂਗਾ ਕਿ ਪੂਰੇ ਭਾਰਤ ਦੇਸ਼ ਦੇ ਲੋਕ, ਸਾਊਥ ਇੰਡੀਆ, ਨਾਰਥ ਇੰਡੀਆ, ਹਰ ਇੱਕ ਇਨਸਾਨ ਜਿਹਨੂੰ ਦਰਦ ਹੈ ਲੋਕਾਂ ਵਾਸਤੇ, ਉਹ ਸਪੋਰਟ ਕਰੇ। ਇਹ ਸਾਰੀ ਸੇਵਾਵਾਂ ਜਿਵੇਂ ਕਹਾਂਗਾ ਹੇਮਕੁੰਟ ਫਾਊਂਡੇਸ਼ਨ ਕਰ ਰਹੀ ਹੈ, ਨਹੀਂ, ਇਹ ਪੂਰੇ ਭਾਰਤ ਦੇ ਜਿੰਨੇ ਨਿਵਾਸੀ ਨੇ, ਉਹ ਸਾਰੇ ਸੇਵਾ ਕਰਵਾ ਰਹੇ ਨੇ। ਤੇ ਅਸੀਂ ਇੱਕ ਜ਼ਰੀਆ ਨੇ ਇੱਥੇ ਅਸੀਂ ਪਹਿਲਾਂ 3 ਇਨੀਸ਼ੀਏਟਿਵ ਸਟਾਰਟ ਕੀਤੀ ਸੀ। ਪਹਿਲਾ ਸੀ ਆਕਸੀਜਨ ਸਿਲੰਡਰ ਡਿਸਟਰੀਬਿਊਸ਼ਨ। ਜਿਸ ਟਾਈਮ 'ਤੇ ਸਿਲੰਡਰ ਨਹੀਂ ਸੀਗੇ ਇੰਡੀਆ ਦੇ ਵਿੱਚ, ਅਸੀਂ ਉਸ ਟਾਈਮ ਦੇ ਵਿੱਚ ਸਿਲੰਡਰ ਵੰਡੇ ਸੀਗੇ। ਹੁਣ ਸੈਕਿੰਡ ਇਨੀਸ਼ੀਏਟਿਵ ਵਾਜ਼ ਦੀ ਡਰਾਈਵ ਥਰੂ ਦੇ ਵਿੱਚ ਲੋਕੀ ਗੱਡੀਆਂ ਦੇ ਵਿੱਚ ਆ ਰਹੇ ਸੀਗੇ, ਬਿਕੋਜ਼ ਉਹਨਾਂ ਨੂੰ ਡਰ ਹੁੰਦਾ ਇੱਕ ਕਿ ਅਸੀਂ ਕਰੋਨਾ ਦੇ ਏਰੀਆ ਦੇ ਵਿੱਚ ਵੀ ਨਹੀਂ ਜਾਣਾ। ਤੇ ਅਸੀਂ ਉਹਦਾ ਸੋਲਿਊਸ਼ਨ ਕੱਢੇ, ਤੁਸੀਂ ਗੱਡੀ 'ਚ ਆਓ, ਸਾਡੇ ਜਿਹੜੇ ਡਾਕਟਰ ਨੇ, ਜਿਹੜੇ ਫਸਟ ਏਡ ਰਿਸਪੌਂਡਰਸ ਨੇ, ਦੇ ਵਿਲ ਕਮ ਟੂ ਯੂ ਤੇ ਉਹ ਆਪ ਜੀ ਨੂੰ ਸਹਾਇਤਾ ਕਰਨਗੇ। ਤੇ ਤੀਜਾ ਜਿਹੜੀ ਤੁਸੀਂ ਵੇਖ ਰਹੇ ਫੈਸਿਲਿਟੀ ਹੈ, ਇਹ ਹੁਣ ਸੈਟਅਪ ਹੋ ਗਈ ਹੈ। ਇੱਥੇ 500 ਲੋਕੀ ਇੱਕ ਟਾਈਮ ਦੇ ਵਿੱਚ ਆ ਸਕਦੇ ਨੇ, ਜੋ ਵੀ ਕਰੋਨਾ ਪੇਸ਼ੈਂਟ ਨੇ। ਉਹਨਾਂ ਦੇ ਵਾਸਤੇ 4 ਐਂਬੂਲੈਂਸ ਵੀ ਅਸੀਂ ਕੱਲ੍ਹ ਰਾਤੀ ਆਰਡਰ ਪਲੇਸ ਕੀਤਾ ਸੀ, ਉਹ ਵੀ ਆਈ ਨੇ। ਤੇ ਇਹੀ ਸੇਮ ਮਾਡਲ ਅਸੀਂ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਰੈਪਲੀਕੇਟ ਕਰ ਰਹੇ ਹਾਂ। ਦੇਹਰਾਦੂਨ, ਹਲਦਵਾਨੀ, ਮੱਧ ਪ੍ਰਦੇਸ਼, ਖਾਂਡਵਾ। ਜਿੱਥੇ ਕੋਈ ਜਾਣ ਦੀ ਨਹੀਂ ਸੋਚਦਾ, ਉੱਥੇ ਗੁਰੂ ਮਹਾਰਾਜ ਦਾ ਸਿੱਖ ਜਾਣਦਾ ਕਿ ਉੱਥੇ ਕੋਈ ਮੀਡੀਆ ਨਹੀਂ ਹੁੰਦੀ। ਤੁਸੀਂ ਖਾਂਡਵਾ ਦਾ ਨਾਮ ਹੀ ਨਹੀਂ ਸੁਣਿਆ ਕਿਸੇ ਨੇ। ਛਾਲਪੀ ਖੁਰਦ, ਇਹ ਏਰੀਆਜ਼ ਜਿੱਥੇ ਕੋਈ ਮੀਡੀਆ ਕਵਰੇਜ ਨਹੀਂ ਹੈ, ਕੋਈ ਕਲਾਊਟ ਨਹੀਂ ਮਿਲਦਾ ਲੋਕਾਂ ਨੂੰ, ਕੋਈ ਰੈਕਗਨੀਸ਼ਨ ਨਹੀਂ ਹੈ ਇਸ ਏਰੀਆ ਦੇ ਵਿੱਚ। ਬਟ ਜਿਹੜਾ ਗੁਰੂ ਦਾ ਸਿੰਘ ਹੈ, ਉਹਨੇ ਉੱਥੇ ਜਾ ਕੇ ਸੇਵਾ ਨਿਭਾਉਣੀ, ਚਾਹੇ ਮੀਡੀਆ ਕਵਰ ਕਰੇ, ਚਾਹੇ ਸਪੋਰਟ ਕੋਈ ਦੇ ਨਾ ਦੇਵੇ। ਸਾਨੂੰ ਦਰਦ ਵਿਖਦਾ। ਮੈਂ ਜੇ ਕਹਾਂਗਾ ਹਿੰਦੂ, ਮੁਸਲਮਾਨ, ਸਿੱਖ, ਈਸਾਈ, ਕਿਸੇ ਦੀ ਜਾਤ ਵੇਖਾਂਗਾ ਤੇ ਸੇਵਾ ਨਹੀਂ ਹੋ ਸਕਦੀ। ਜਿੱਥੇ ਲੋੜ ਆ, ਜਿੱਥੇ ਕੋਈ ਨਹੀਂ ਪਹੁੰਚ ਰਿਹਾ, ਉੱਥੇ ਸਿੰਘ ਅੱਗੇ ਜਾਣਗੇ। ਚਾਹੇ ਉਹ ਹੇਮਕੁੰਟ ਫਾਊਂਡੇਸ਼ਨ ਦੇ ਅੰਡਰ ਹੋ, ਜੋ ਵੀ ਸੰਸਥਾ ਦੇ ਅੰਡਰ ਹੋ, ਉੱਥੇ ਜਾ ਕੇ ਅਸੀਂ ਸੇਵਾ ਕਰਦੇ ਹਾਂ। ਸੇਵਾ ਉਹਨਾਂ ਬਾਰਡਰਾਂ 'ਤੇ ਵੀ ਕੀਤੀ ਗਈ ਹੈ ਜਿੱਥੇ ਗੋਲੀ ਦਾ ਡਰ ਰਹਿੰਦਾ, ਜਿੱਥੇ ਖਤਰਾ ਜਾਣ ਦਾ ਆ। ਇਸ ਮਾਹੌਲ ਦੀ ਗੱਲ ਕਰ ਲਈਏ ਤਾਂ ਇੱਥੇ ਖਤਰਾ ਜਾਣ ਦਾ ਹਮੇਸ਼ਾ ਬਣਿਆ ਰਹਿੰਦਾ ਹੈ। ਜੇਕਰ ਅਸੀਂ ਸੀਸ ਤਲੀ ਤੇ ਧਰਨ ਵਾਲੀ ਗੱਲ ਕਰ ਲਈਏ, ਦੁਬਾਰਾ ਉਹ ਵੇਲਾ ਆਇਆ ਹੋਇਆ ਆ। ਸੋ ਕਿਵੇਂ ਆਪਣੇ ਨਾਲ ਪੂਰੀ ਟੀਮ ਨੂੰ ਬਿਲਡਅਪ ਕੀਤਾ, ਕਿਵੇਂ ਸਿਸਟਮ ਐਡਾ ਵੱਡਾ ਖੜਾ ਕੀਤਾ, ਕਿੰਨੇ ਦਿਨਾਂ 'ਚ? ਜੇ ਮੈਂ ਇਹ ਫਸਟ ਏਡ ਹਸਪੀਟਲ ਦੀ ਗੱਲ ਕਰ ਲਵਾਂ, ਤੁਸੀਂ ਤਕਰੀਬਨ 70 ਬੈੱਡ 'ਤੇ ਸੈੱਟ ਕੀਤੇ ਹੋਏ ਨੇ। ਕਿੰਨੇ ਦਿਨਾਂ ਸ਼ੁਰੂਆਤ ਕੀਤੀ ਸੀ, ਕਿੰਨੇ ਦਿਨਾਂ ਵਿੱਚ ਸਮਾਪਤ ਹੋਇਆ ਪੂਰਾ ਬੈੱਡ, ਤੇ ਕਿਵੇਂ ਨਾਲ ਲੋਕ ਜੋੜਦੇ ਹੋ? ਕਿਉਂਕਿ ਇੱਥੇ ਤਾਂ ਯਾਰ ਆਪਣੇ ਦੇ ਨਹੀਂ ਰਹੇ। ਇੱਥੇ ਜਿੱਦਾਂ ਹੀ ਸਾਡੇ ਕੋਲ ਫੰਡ ਇਕੱਠਾ ਹੋ ਗਿਆ ਇਸ ਬੈੱਡ ਫੈਸਿਲਿਟੀ ਵਾਸਤੇ, ਤੇ ਅਸੀਂ 48 ਆਵਰਸ ਤੋਂ ਲੈ ਕੇ 3 ਦਿਨਾਂ ਦੇ ਵਿੱਚ ਪੂਰੀ ਫੈਸਿਲਿਟੀ ਤਿਆਰ। ਕੰਸਟਰਕਸ਼ਨ ਤੋਂ ਲੈ ਕੇ ਬੈੱਡ ਦਾ ਆਰਡਰ ਪਲੇਸ ਕਰਨ ਤੋਂ ਲੈ ਕੇ ਸਾਰੀ ਫੈਸਿਲਿਟੀ, ਪਾਈਪਲਾਈਨ, ਇਲੈਕਟ੍ਰਿਸਿਟੀ, ਪਲੰਬਿੰਗ, ਟਾਇਲਟਸ, ਇਹ ਸਾਰਾ ਕੰਮ ਅਸੀਂ 48 ਆਵਰਸ ਦੇ ਲਗਭਗ ਅਸੀਂ ਕਰਤਾ ਸੀਗਾ।
ਤੇ ਬਿਕੋਜ਼ ਅਸੀਂ ਵੇਟ ਨਹੀਂ ਕਰਦੇ, ਟਾਈਮ ਦੀ ਵੈਲਿਊ ਬਹੁਤ ਜ਼ਿਆਦਾ ਸੀ। 1 ਮਿੰਟ ਵੀ ਡਿਲੇ ਅਸੀਂ ਕੀਤਾ ਤੇ ਇੱਕ ਜਾਨ ਸਾਡੇ ਵਾਸਤੇ ਕੀਮਤੀ ਹੈ। ਤੇ 48 ਆਵਰਸ ਦੇ ਵਿੱਚ ਫੈਸਿਲਿਟੀ ਸੈਟਅਪ, ਜਿਹੜਾ ਇੰਡਕਸ਼ਨ ਅਸੀਂ ਕਰਦੇ ਵੋਲੰਟੀਅਰ ਨੂੰ ਭਰਤੀ ਕਰਦੇ ਹਾਂ, ਉਹਦੇ ਵਿੱਚ ਮੈਂ ਇੰਡਕਸ਼ਨ ਦੇ ਵਿੱਚ ਮੈਂ ਕਲੀਅਰਲੀ ਬੋਲਦਾ, ਤੁਹਾਨੂੰ ਮਰਨ ਦਾ ਜੇ ਚਾਅ ਹੈ, ਜੇ ਤੁਸੀਂ ਇਹ ਖੇਡ ਦੇ ਵਿੱਚ ਐਂਟਰ ਕਰਨਾ ਚਾਹੁੰਦੇ ਹੋ ਤੇ ਸਾਹਮਣੇ ਆਇਓ। ਇੰਡਕਸ਼ਨ ਦੇ ਵਿੱਚ ਕਈ ਵਾਰੀ ਹੁੰਦਾ 5-6 ਬੰਦੇ ਇੰਡਕਸ਼ਨ ਦੇ ਵਿੱਚ ਹੀ ਨਿਕਲ ਜਾਂਦੇ ਨੇ ਕਿ ਸਾਡੇ ਵੱਸ ਦੀ ਗੱਲ ਨਹੀਂ ਹੈ। ਜਿਹਦੇ ਵਿੱਚ ਜਿਗਰਾ ਹੈ, ਜਿਹਦੇ ਵਿੱਚ ਚਾਅ ਹੈ ਮਰਨ ਦਾ, ਅਸੀਂ ਤਾਂ ਰੋਜ਼ ਕਹਿੰਦੇ ਹਾਂ ਪਹਿਲਾ ਮਰਨ ਕਬੂਲ, ਜੀਵਨ ਕੀ ਛੜਿਆਸ, ਹੋ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ। ਜਿਹੜਾ ਸਿੱਖ ਰੋਜ਼ ਸਿੱਖਦਾ ਹੀ ਇਹ ਹੈ ਕਿ ਮਰਨਾ ਕਿਵੇਂ, ਉਹਦੇ ਵਾਸਤੇ ਕੋਈ ਨਵੀਂ ਗੱਲ ਨਹੀਂ ਹੈ। ਤੁਸੀਂ ਬਾਬਾ ਦੀਪ ਸਿੰਘ ਦੀ ਸ਼ਹੀਦੀ ਵੇਖੋ, ਕਿਸੇ ਦੀ ਵੀ ਸ਼ਹੀਦੀ ਵੇਖੋ, ਅਸੀਂ ਰੋਜ਼ ਇਹੀ ਸਿੱਖ ਰਹੇ ਹਾਂ ਤੇ ਉਹ ਅਸੀਂ ਇੰਪਲੀਮੈਂਟ ਕਰ ਰਹੇ ਹਾਂ। ਬਿਕੋਜ਼ ਕਹਿਣਾ ਸੌਖਾ ਆ, ਬਟ ਇੰਪਲੀਮੈਂਟ ਕਰਨ ਵਾਸਤੇ ਜਿਹੜਾ ਜਿਹਦੇ ਅੰਦਰ ਨਾਮ, ਜਿਹਦੇ ਅੰਦਰ ਬਾਣੀ, ਜਿਹਦੇ ਅੰਦਰ ਸੇਵਾ ਦਾ ਚਾਅ ਹੈ, ਉਹ ਆ ਕੇ ਇੱਥੇ ਇੰਪਲੀਮੈਂਟ ਕਰ ਜਾਊਗਾ। ਤੇ ਰੀਅਲ ਟੈਸਟ ਹੈ ਇੱਕ ਸਿੱਖ ਵਾਸਤੇ। ਸੀਸ ਤਲੀ ਧਰਨ ਵਾਲੀ ਗੱਲ ਵਾਕਈ ਹਰਦੀਰ ਤੇ ਉਹੀ ਗੱਲ ਹੈ, ਜੇ ਤੁਸੀਂ ਸਿੱਖੀ ਨਿਭਾ ਰਹੇ ਹੋ ਤੇ ਇਹ ਟੈਸਟ ਹੈ, ਇੱਕ ਐਗਜ਼ਾਮ ਹੈ ਸਾਡੇ ਵਾਸਤੇ ਕਿ ਇੱਥੇ ਸਾਰੇ ਸਿੱਖ ਐਗਜ਼ਾਮ ਪਾਸ ਕਰਦੇ ਨੇ। ਇਹ ਉਹ ਗੱਲ ਹੈ ਇੱਥੇ। ਅੱਛਾ, ਸਿੱਧਕ ਦੇ ਪੂਰਾ ਉੱਤਰ ਜੇ ਮੈਂ ਗੱਲ ਕਰਾਂ ਤਾਂ ਤੁਹਾਨੂੰ ਕਰੋਨਾ ਕਿੰਨੇ ਵਾਰੀ ਹੋ ਗਿਆ? ਮੈਨੂੰ 2 ਵਾਰੀ ਹੋ ਗਿਆ। ਇੱਕ ਵਾਰੀ ਤਾਂ ਟੈਸਟ ਦੇ ਵਿੱਚ ਆ ਗਿਆ ਸੀ, ਦੂਜੀ ਵਾਰੀ ਸਿੰਪਟਮ ਪੂਰੇ ਸੀਗੇ, ਮੈਂ ਟੈਸਟ ਹੀ ਨਹੀਂ ਕਰਾਇਆ। ਮੈਂ ਕਿਹਾ ਕੋਈ ਨਹੀਂ, ਗੁਰੂ ਦੇ ਹੁਕਮ ਦੇ ਵਿੱਚ ਪੂਰੇ ਪਰਿਵਾਰ ਨੂੰ ਹੋਏ ਸੀ, ਮੇਰੀ ਮਾਤਾ ਜੀ, ਮੇਰੀ ਦਾਦੀ ਮਾਂ ਨੂੰ, ਮੇਰੇ ਪਿਤਾ ਜੀ ਨੂੰ, ਸਭ ਨੂੰ ਕਰੋਨਾ ਹੋਇਆ ਸੀ। ਬਟ ਗੁਰੂ ਦਾ ਹੁਕਮ ਹੈ, ਜਿੰਨੀ ਸਾਸ ਲਿਖੀ ਹੈ, ਜਿੰਨੇ ਸਵਾਸ ਲਿਖੇ ਨੇ, ਉਹ ਅਸੀਂ ਨਿਭਾਉਣੇ ਹੀ ਹਾਂ। ਤੇ ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਉਹਦੇ ਵਿੱਚ ਅਸੀਂ ਸੇਵਾ ਕਰਦੇ ਹੀਏ, ਕਿਉਂਕਿ ਇੱਕ ਪਲ ਸਾਡੇ ਵਾਸਤੇ ਕੀਮਤੀ ਹੈ ਇੱਥੇ। ਕਿੰਨਾ ਕੁ ਪ੍ਰਭਾਵ ਪੈਂਦਾ ਜੇ ਮੈਂ ਤੁਹਾਡੀ ਗੱਲ ਕਰਾਂ? ਤੁਸੀਂ ਹੁਣ ਸੇਵਾ ਕਰਦੇ ਹੋ, ਤੁਹਾਨੂੰ ਮਰੀਜ਼ ਦਾ ਦਰਦ ਪਤਾ ਹੈ ਕਿਉਂਕਿ ਤੁਸੀਂ ਆਪ ਹੰਡਾਇਆ, ਤੁਹਾਡੇ ਸਰੀਰ ਤੇ ਕਿੰਨਾ ਕੁ ਪ੍ਰਭਾਵ ਪਿਆ ਤੇ ਉਸ ਤੋਂ ਬਾਅਦ ਤੁਹਾਡੇ ਅੰਦਰ ਕਿੰਨੀ ਕੁ ਮੋਟੀਵੇਸ਼ਨ ਆਈ ਕਿ ਮੈਂ ਯਾਰ ਹੋਰ ਇਸ ਤਰੀਕੇ ਦੇ ਨਾਲ ਸੰਭਾਲਾਂ, ਹੋਰ ਇਸ ਤਰੀਕੇ ਦੇ ਨਾਲ ਇਹਨਾਂ ਦੀ ਸੇਵਾ ਕਰਾਂ? ਮੇਰੇ ਤੇ ਸਰੀਰ ਦੇ ਉੱਤੇ ਇੰਨਾ ਕਸ਼ਟ ਨਹੀਂ ਹੈ, ਗੁਰੂ ਸਾਹਿਬ ਦੀ ਕਿਰਪਾ ਸੀ। ਬਟ ਮੈਂ ਆਪਣੀ ਮਾਤਾ ਜੀ ਨੂੰ ਵੇਖਿਆ, ਰਾਤੀ ਉਹਨਾਂ ਨੂੰ ਹਸਪੀਟਲ ਲੈ ਕੇ ਗਿਆ, ਮੈਂ ਉੱਥੇ ਹਸਪੀਟਲ ਦੇ ਵਿੱਚ ਬੈੱਡ ਨਹੀਂ। ਇਹ ਤਦ ਦੀ ਗੱਲ ਜਦ ਇਹ ਸੇਵਾ ਚੱਲ ਰਹੀ ਸੀ, ਬਟ ਮੇਰੀ ਮਾਤਾ ਜੀ ਦੇ ਉੱਤੇ ਗੱਲ ਆ ਗਈ ਤੇ ਮੈਂ ਕਿਹਾ ਯਾਰ ਇੱਥੇ ਤਾਂ ਚੱਲਦੇ ਹੋਏ ਉਹਨਾਂ ਨੂੰ ਬੈੱਡ ਨਹੀਂ ਮਿਲ ਰਿਹਾ, ਉਹਨਾਂ ਨੂੰ ਬੈੱਡ ਨਹੀਂ ਮਿਲ ਰਿਹਾ। ਤੇ ਕਿਉਂਕਿ ਤਾਂ ਅਸੀਂ ਫੈਸਿਲਿਟੀ ਸੈਟਅਪ ਕੀਤੀ ਸੀ, ਸੈਕੰਡ ਵੇਵ ਹਿੱਟ ਕਰੀ ਸੀ ਇੰਡੀਆ ਦੇ ਵਿੱਚ, ਤੇ ਮੈਂ ਤਾਂ ਗੱਲ ਰਿਅਲਾਈਜ਼ ਕਰਤੀ ਕਿ ਨਹੀਂ ਹੁਣ ਬੈੱਡ ਦੀ ਵੀ ਲੋੜ ਹੈ, ਡਰਾਈਵ ਥਰੂ ਦੇ ਨਾਲ ਗੱਲ ਨਹੀਂ ਚੱਲਣੀ ਹੁਣ। ਤੇ ਉਹਨਾਂ ਨੂੰ ਅਸੀਂ ਹਸਪੀਟਲ ਲੈ ਕਰ ਗਏ ਤੇ ਉੱਥੇ ਅਸੀਂ ਵੇਖਿਆ ਲੋਕਾਂ ਦਾ ਦਰਦ ਕਿ ਚਾਹੇ ਤੁਹਾਡੇ ਕੋਲ ਪੈਸਾ ਹੈ, ਬਟ ਇੱਥੇ ਸਿਸਟਮ ਦਾ ਕੋਲੈਪਸ ਹੈ ਪੂਰਾ। ਇੱਥੇ ਸਿੰਘਾਂ ਨੂੰ ਇੱਕ ਅੱਗੇ ਕੰਮ ਚੱਕਣਾ ਪਊਗਾ ਤੇ ਪੂਰੇ ਜਗਤ ਨੇ ਸਪੋਰਟ ਕੀਤਾ ਸਾਨੂੰ। ਉਹਦੀ ਕੋਈ ਵੈਲਿਊ ਨਹੀਂ ਸੀ, ਖੁਦ ਵੇਖੋ। ਚਾਹੇ ਉਹ ਸਾਡੇ ਕੋਲ ਕਾਫੀ ਗਵਰਨਮੈਂਟ ਆਫੀਸ਼ੀਅਲਸ ਵੀ ਆਏ ਨੇ, ਵੱਡੇ ਤੋਂ ਵੱਡਾ, ਮੈਂ ਨਾਂ ਨਹੀਂ ਲਵਾਂਗਾ, ਬਟ ਉਹਨਾਂ ਦੀ ਇੰਨੀ ਹਾਈ ਪੋਸਟ, ਉਹਨਾਂ ਦੇ ਵਾਸਤੇ ਕੁਝ ਵੀ ਨਹੀਂ, ਸਿਲੰਡਰ ਮੰਗਣ ਵਾਸਤੇ ਕਿ ਸਾਨੂੰ ਸਿਲੰਡਰ ਦੇ ਦਿਓ। ਮੇਰੇ ਕੋਲ ਡਾਕੂਮੈਂਟਡ ਹੈ WhatsApp ਦੇ ਵਿੱਚ। ਇੰਨੀ ਵੱਡੀ ਪਦਵੀ 'ਤੇ ਹੋ ਕੇ ਜੇ ਤੁਸੀਂ ਸਿਲੰਡਰ ਮੰਗ ਰਹੇ ਹੋ ਤਾਂ ਬਹੁਤ ਵੱਡੀ ਗੱਲ ਹੈ, ਤੁਹਾਡੀ ਪੋਸਟ ਕੁਝ ਨਹੀਂ। ਇਹ ਸਾਰੇ ਸੰਸਾਰ ਦੇ ਵਿੱਚ ਖੇਡ ਹੀ ਹੈ, ਐਂਡ ਦੇ ਵਿੱਚ ਉਹ ਹੀ ਹੈ ਨਾ ਕਿ ਸਾਰੇ ਬਰਾਬਰ ਹੀ ਹੋ ਗਏ ਨੇ, ਜਿਵੇਂ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ, ਉਹੀ ਵਾਲੀ ਗੱਲ ਆ ਗਈ ਸੀ। ਸੈਟਅਪ ਦੀ ਮੈਂ ਗੱਲ ਕਰ ਲਵਾਂ, ਇਹ ਸਾਰੀ ਰੈਂਟਡ ਜਗ੍ਹਾ ਆ? ਇਹ ਪੂਰਾ ਤੰਮੂ ਜਿਹੜਾ ਤੁਸੀਂ ਵੇਖ ਰਹੇ ਹੋ ਸ਼ਾਮੀਆਨਾ, ਇਹ ਰੈਂਟ ਦੇ ਉੱਤੇ ਆ ਤੇ ਇਹ ਅਸੀਂ ਰੈਂਟ ਭਰਦੇ ਰਹਾਂਗੇ ਜਦ ਤੱਕ ਕਰੋਨਾ, ਬਿਕੋਜ਼ ਅਸੀਂ ਐਕਸਪੈਕਟ ਕਰ ਰਹੇ ਹਾਂ ਥਰਡ ਵੇਵ ਵੀ ਇੱਥੇ ਆਊਗੀ। ਇਹ ਕੰਮ ਹੁਣੇ ਨਹੀਂ ਮੁੱਕਣਾ, ਹਲੇ ਡਾਊਨ ਆ ਗਿਆ, ਡਿਕਲਾਈਨ ਆ ਗਿਆ ਦਿੱਲੀ ਦੇ ਵਿੱਚ, ਬਟ ਥਰਡ ਵੇਵ ਜਿਹੜੀ ਐਕਸਪੈਕਟਡ ਹੈ ਉਹ ਜੁਲਾਈ 15 ਤੋਂ ਲੈ ਕੇ ਅਗਸਤ ਦੇ ਵਿੱਚ ਸਾਨੂੰ ਪਤਾ ਥਰਡ ਵੇਵ ਆਊਗੀ। ਸਾਰੀ ਆਂਕੜੀਆਂ ਜੋ ਮਾਹਿਰ ਦੱਸ ਰਹੇ ਨੇ ਉਹ ਆ ਰਹੇ ਨੇ, ਤੇ ਉਸ ਵਾਸਤੇ ਅਸੀਂ ਇੱਥੇ ਹਾਂ ਜਦ ਤੱਕ ਲੋੜ ਹੈ ਮਨੁੱਖਤਾ ਨੂੰ ਸੇਵਾ ਦੀ। ਹੇਮਕੁੰਟ ਫਾਊਂਡੇਸ਼ਨ ਸੇਵਾ ਕਰਦੀ ਰਹੇਗੀ, ਨਾ ਅਸੀਂ ਪਿੱਛੇ ਹਟਦੇ ਹਾਂ, ਨਾ ਅਸੀਂ ਪਿੱਛੇ ਹਟਾਂਗੇ। ਨਾ ਪਿੱਛੇ ਹਟਦੇ ਆ, ਨਾ ਪਿੱਛੇ ਹਟਾਂਗੇ। ਪਰ ਮੈਂ ਹੇਮਕੁੰਟ ਫਾਊਂਡੇਸ਼ਨ ਦੀ ਗੱਲ ਕਰਾਂ, ਸਿੰਘੂ ਬਾਰਡਰ ਤੇ ਲਗਾਤਾਰ ਸੇਵਾ ਕੀਤੀ ਹੈ, ਚਾਹੇ ਉਹ ਟੈਂਟ ਹੋਣ, ਚਾਹੇ ਕਿਸੇ ਤਰੀਕੇ ਦੇ ਨਾਲ ਲੋਕਾਂ ਦੀ ਸਹਾਇਤਾ ਕੀਤੀ। ਉਹ ਤਾਂ ਬੜੇ ਸਵਾਲ ਉੱਠੇ ਸੀ ਸਿੱਖ ਕੌਮ ਤੇ ਜਾਂ ਉਹਨਾਂ ਸੇਵਾਦਾਰਾਂ ਤੇ ਮੈਂ ਗੱਲ ਕਰਾਂ, ਸਿਰਫ ਸਿੱਖ ਕੌਮ ਤੇ ਨਹੀਂ, ਸਿੱਖਾਂ ਦੇ ਵੱਲੋਂ ਜੋ ਸੇਵਾਦਾਰ ਉੱਥੇ ਸੀਗੇ, ਜੋ ਸਿੱਖਾਂ ਦੇ ਬਾਣੇ ਵਾਲੇ ਸੇਵਾਦਾਰ ਸੀਗੇ, ਉਹਨਾਂ ਤੇ ਬੜਾ ਸਵਾਲ ਉੱਠਿਆ ਸੀਗਾ। ਉਹ ਸਵਾਲਾਂ ਦੇ ਚੱਲਦੇ ਹੋਏ ਵੀ ਅੱਜ ਸਿੱਖਾਂ ਦਾ ਜਿਹੜਾ ਕਿ ਪਰਉਪਕਾਰ ਵਾਲਾ ਰੂਪ ਆ ਉਹਨੂੰ ਪੂਰਾ ਸ਼ਲਾਘਾ ਕੀਤੀ ਜਾ ਰਹੀ ਹੈ। ਸੋ ਦੋ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ? ਕਰਨ ਵਾਲੇ ਵੀ ਉਹੀ ਸੀ, ਭੰਡਣ ਵਾਲੇ ਵੀ ਉਹੀ ਹੈ, ਸ਼ਲਾਘਾ ਕਰਨ ਵਾਲੇ ਵੀ ਉਹੀ ਹੈ। ਸਵਾਲ ਤਦ ਵੀ ਉੱਠਦੇ ਸੀਗੇ, ਹੁਣ ਵੀ ਉੱਠ ਰਹੇ ਨੇ, ਹੁਣ ਵੀ ਉੱਠ ਰਹੇ ਨੇ ਸਵਾਲ। ਫੰਡ ਦੇ ਸਵਾਲ ਉੱਠਦੇ ਸੀਗੇ ਤੇ ਹੁਣ ਸਾਡੇ ਕਿਰਦਾਰ ਉੱਤੇ ਉਹ ਜਿਹੜਾ ਵਰਡ ਹੈ ਨਾ, ਉਸ ਵਰਡ ਨੂੰ ਲਿੰਕ ਕਰ ਕਰਕੇ ਹੁੰਦੇ। ਜਿਹਨੇ ਸਵਾਲ ਚੱਕਣੇ ਉਹਨੇ ਚੱਕਣੇ, ਜਿਹਨੇ ਥੈਂਕਫੁਲ ਹੋਣਾ ਉਹਨੇ ਥੈਂਕਫੁਲ ਹੋਣਾ। ਇਹਦੇ ਵਿੱਚ ਕੋਈ ਨਹੀਂ ਹੈ। ਜੇ 1000 ਲੋਕੀ ਸਾਡੀ ਤਾਰੀਫ ਕਰਦੇ ਨੇ ਤੇ 2 ਲੋਕ ਨਿਕਲਣਗੇ ਜ਼ਰੂਰ ਜਿਹੜੇ ਸਾਨੂੰ ਸਵਾਲ ਚੁੱਕਣਗੇ। ਮੈਨੂੰ ਥ੍ਰੈਟ ਆਏ ਨੇ ਇੰਨੀ ਵਾਰੀ, ਤੇ ਇਸ ਕੋਵਿਡ ਦੇ ਸਿਸਟਮ ਦੌਰਾਨ ਥ੍ਰੈਟ ਆਏ ਦੇ ਸਿਸਟਮ ਦੇ ਦੌਰਾਨ ਤੁਸੀਂ ਸੋਸ਼ਲ ਮੀਡੀਆ ਦੇ ਵਿੱਚ ਵੀ ਓਪਨਲੀ ਆਏ ਨੇ। ਤੇ ਤੁਸੀਂ ਵੇਖੋ ਜਿਹੜੇ ਨਾਲ 2 ਸਿੰਘ ਨੇ ਦਰਵਾਜ਼ੇ ਤੇ, ਉਹ ਕਿਉਂ ਰੱਖੇ ਨੇ? ਮੇਰੇ ਕਰਕੇ ਨਹੀਂ ਰੱਖੇ ਕਿ ਜਿਹੜੇ ਇੱਥੇ ਕੋਈ ਸ਼ਰਾਰਤੀ ਅਨਸਰ ਆ ਗਏ ਤੇ ਉਹਨਾਂ ਨੂੰ ਰੋਕਣ ਵਾਸਤੇ। ਤੁਸੀਂ ਵੇਖੋ ਉਹ ਵੀ ਸਿੰਘ ਹੀ ਨੇ 2 ਸ਼ਰਾਰਤੀ ਅਨਸਰ। ਮੈਨੂੰ ਪਲੀਜ਼ ਪੂਰੀ ਤਰ੍ਹਾਂ ਦੱਸੋ ਵੀ ਤੁਹਾਨੂੰ ਕਿਉਂ ਥ੍ਰੈਟ ਆ ਰਹੇ ਨੇ? ਕਿਉਂਕਿ ਤੁਸੀਂ ਤਾਂ ਸੇਵਾ ਕਰ ਰਹੇ ਹੋ, ਲੋਕਾਂ ਦੀ ਜਾਨ ਬਚਾ ਰਹੇ ਹੋ, ਇਹਦੇ ਵਿੱਚ ਤਾਂ ਕਿਸੇ ਥ੍ਰੈਟ ਵਾਲੀ ਗੱਲ ਹੀ ਨਹੀਂ ਆਉਂਦੀ। ਇਹਦੇ ਵਿੱਚ ਤਾਂ ਕੀ ਕਿਸ ਦਾ ਕਾਰਨ, ਕੀ ਵਜ੍ਹਾ ਹੋ ਸਕਦੀ? ਲੋਕਾਂ ਨੂੰ ਪਸੰਦ ਨਹੀਂ ਹੈ ਕਿ ਜਿਹੜਾ ਇਹ ਚਿਹਰਾ ਸਾਹਮਣੇ ਆ ਰਿਹਾ ਹੈ ਕਿ
ਦਿਸ ਵਾਜ਼ਨਟ ਆਰ ਰਿਸਪੌਂਸਿਬਿਲਿਟੀ। ਨਸਲੀ ਨਫ਼ਰਤ ਜਿਹਨੂੰ ਅਸੀਂ ਕਹਿ ਦਿੰਦੇ ਆ, ਨਸਲੀ ਨਫ਼ਰਤ ਕਹਿ ਲਓ ਜਾਂ ਜੋ ਵੀ ਕਹਿ ਲਓ, ਇਹਨਾਂ ਨੂੰ ਪਸੰਦ, ਕਈ ਲੋਕਾਂ ਨੂੰ ਪਸੰਦ ਨਹੀਂ ਆਉਂਦਾ। 99% ਲੋਕ ਬਹੁਤ ਤਾਰੀਫ ਕਰ ਰਹੇ ਨੇ, ਬਟ ਇੱਕ ਦੋ ਤੁਸੀਂ ਕਹਿ ਲਓ ਕਿ ਉਹਨਾਂ ਦੀ ਮਤਲਬ ਗਲਤੀ ਵੀ ਨਹੀਂ ਹੈ, ਉਹਨਾਂ ਦਾ ਮਾਈਂਡ ਪ੍ਰੋਸੈਸ ਹੀ ਇੱਦਾਂ ਹੈ। ਦੋ ਲੋਕੀ ਹਮੇਸ਼ਾ ਹੋਣਗੇ, 2-5 ਲੋਕੀ ਜਿਨ੍ਹਾਂ ਨੇ ਕੁਐਸਚਨ ਚੁੱਕਣਾ ਹੀ ਚੁੱਕਣਾ ਹੈ। ਤੁਸੀਂ ਖਾਲਸਾ ਏਡ ਦਾ ਐਗਜ਼ਾਮਪਲ ਲੈ ਲਓ, ਉਹਦਾ ਉੱਤੇ ਵੀ ਕੁਐਸਚਨ, ਸਾਡੇ ਉੱਤੇ ਵੀ ਕੁਐਸਚਨ ਨੇ, ਬਟ ਜਿਹੜਾ ਇੱਕ ਸਿੱਖ ਹੈ ਉਹਨੇ ਸੇਵਾ ਤੋਂ ਪਿੱਛੇ ਨਹੀਂ ਹਟਣਾ। ਮੈਂ ਕੱਲ੍ਹ ਇੱਕ ਪੋਸਟ ਪਾਈ ਸੀ ਇੰਸਟਾਗ੍ਰਾਮ ਦੇ ਉੱਤੇ, ਸੇਵਾ ਵਿਲ ਆਲਵੇਜ਼ ਕੰਟੀਨਿਊ ਟੂ ਹੈਪਨ ਨੋ ਮੈਟਰ ਵਾਟ ਹੈਪਨਸ। ਸੇਵਾ ਨਹੀਂ ਰੁਕਣੀ। ਤੁਸੀਂ ਕਹਿ ਲਓ ਮੈਂ ਸੇਵਾ ਕਰ ਰਿਹਾ, ਮੈਂ ਨਹੀਂ ਕਰ ਰਿਹਾ ਸੇਵਾ, ਉਹ ਗੁਰੂ ਮਹਾਰਾਜ ਕਰਾ ਰਹੇ ਨੇ, ਤੇ ਸੇਵਾ ਰੁਕਣੀ ਨਹੀਂ ਹੈ। ਉਹ ਹੈ ਕਿ ਦੂਜੀ ਗੱਲ ਹੈ ਕਿ ਉਹਨਾਂ ਨੇ ਤੰਗ ਕਰਨਾ ਹੀ ਹੈ, ਬਟ ਉਹ ਇਫੈਕਟ ਨਹੀਂ ਕਰਦਾ। ਕਹਿੰਦੇ ਕੀ ਨੇ? ਉਹ ਕਹਿੰਦੇ ਨੇ ਬੰਦ ਕਰ ਲਿਓ ਮਾੜੀ ਜੀ ਸੇਵਾ, ਕਿ ਤੁਸੀਂ ਫਰਾਡ ਹੋ, ਬੰਦ ਕਰ ਲਿਓ। ਓਪਨਲੀ ਕਿ ਇੰਸਟਾਗ੍ਰਾਮ 'ਤੇ ਸਾਰਾ ਕੁਝ ਪਿਆ, ਤੇ ਅਸੀਂ ਕੋਈ ਨਹੀਂ, ਬਟ ਇਹਦੇ ਵਿੱਚ ਕਿ ਸਾਰੇ ਸੈਲੈਬ੍ਰਿਟੀ, ਸਾਰੇ ਜਿਹੜੇ CEOs ਵੱਡੇ ਵੱਡੇ ਕੰਪਨੀਆਂ ਦੇ, ਉਹ ਸਾਡੇ ਨਾਲ ਖੜੇ ਨੇ। ਉਹਨਾਂ ਨੂੰ ਪਤਾ ਕੀ ਹੋ ਰਿਹਾ, ਜਿਹਨੇ ਉਟ ਪਟਾਂਗ ਸਵਾਲ ਕਰਨੇ ਨੇ ਉਹਨਾਂ ਨੇ ਕਰਨੇ ਹੈ। ਉਹ ਮੀਡੀਆ ਵੀ ਇਸ ਤਰ੍ਹਾਂ ਦਾ ਹੈ, ਉਹ ਵੀ ਸਵਾਲ ਚੁੱਕਦੇ ਸਾਡੇ ਉੱਤੇ। ਤੇ ਜਦੋਂ ਐਡਾ ਸਿਸਟਮ ਚਲਾਈ ਜਾਂਦੀ, ਉੱਥੇ ਸਰਕਾਰ ਫੇਲ ਹੋ ਗਈ, ਉੱਥੇ ਤੁਸੀਂ ਸੰਸਥਾ ਚਲਾ ਕੇ ਆਕਸੀਜਨ ਪੂਰੀ ਕਰ ਰਹੇ ਹੋ। ਤੁਸੀਂ, ਮੈਂ ਗੱਲ ਕਰ ਰਿਹਾ ਤੁਹਾਡੇ ਸੇਵਾਦਾਰਾਂ ਨਾਲ, ਕਹਿ ਰਹੇ ਸੀ ਸਾਨੂੰ ਜਿਸ ਵੀ ਰੇਟ ਤੇ ਮਿਲਦੀ ਹੈ, ਚਾਹੇ ਉਹ ਬਲੈਕ ਦਾ ਰੇਟ, ਮੈਂ ਕਹਿੰਦਾ ਕਾਲਾ ਬਾਜ਼ਾਰੀ ਦਾ ਰੇਟ ਆ, ਅਸੀਂ ਉਹ ਲੈਂਦੇ ਆ, ਅਸੀਂ ਆਪਣੇ ਖਰਚੇ ਤੇ ਲੈਂਦੇ ਆ ਤੇ ਅੱਗੇ ਫ੍ਰੀ ਦੇ ਰਹੇ ਆ। ਤਾਂ ਉਹਦੇ ਨਾਲ ਇੱਕ ਤੰਤਰ ਬਣ ਜਾਂਦਾ ਸਵਾਲਾਂ ਦਾ ਉੱਠਣਾ, ਜਿਹੜਾ ਕਿ ਲਾਜ਼ਮੀ ਹੋ ਜਾਂਦਾ ਆ ਕਿ ਪੈਸਾ ਆਉਂਦਾ ਕਿੱਥੋਂ ਆ। ਉਹ ਤੇ ਹਾਲੇ ਕੁਐਸਚਨ ਹੀ ਨਹੀਂ ਹੈ। ਇਹਨਾਂ ਨੂੰ ਤੰਗੀ ਹੋ ਰਹੀ ਹੈ ਕਿ ਇੰਨੇ ਵੱਡੇ ਪੱਧਰ ਤੇ ਸੇਵਾ ਚੱਲ ਕਿਵੇਂ ਰਹੀ ਹੈ। ਜੇ ਆਕਸੀਜਨ ਨਾ ਮਿਲੇ ਤਾਂ ਦਿੱਕਤ, ਜੇ ਆਕਸੀਜਨ ਮਿਲ ਰਹੀ ਹੈ ਤਾਂ ਵੀ ਦਿੱਕਤ ਹੈ। ਬਟ ਸਾਡਾ ਤਾਂ ਇਹ ਗੋਲ ਹੈ, ਅਸੀਂ ਹਰ ਇੱਕ ਬੰਦੇ ਦੀ ਸੇਵਾ ਕਰ ਲਈਏ, ਮਦਦ ਕਰ ਲਈਏ। ਇੱਕ ਜਾਨ ਕੀਮਤੀ ਹੈ। ਇੰਨੀ ਲਾਸ਼ਾਂ ਅਸੀਂ ਵੇਖਦੇ ਹਾਂ ਰੋਜ਼, ਤੁਸੀਂ ਮੀਡੀਆ ਵੇਖਦੇ ਹੀ ਹੋਗੇ, ਰੋਜ਼ ਮੀਡੀਆ ਦੇ ਵਿੱਚ ਆ ਰਿਹਾ ਕ੍ਰੀਮੇਟੋਰੀਅਮ ਸਾਰੇ ਭਰੇ ਹੋਏ ਨੇ। ਸਾਡਾ ਮਕਸਦ ਇਹ ਹੈ, ਜੋ ਵੀ ਬੰਦਾ ਅੱਛਾ ਕੰਮ ਕਰੇਗਾ, ਤੁਸੀਂ ਗੁਰੂ ਨਾਨਕ ਮਹਾਰਾਜ ਦੇ ਸਮੇਂ ਤੋਂ ਵੇਖ ਲਓ, ਜਿਹਨੇ ਵੀ ਅੱਛਾ ਕੰਮ ਕੀਤਾ ਉਹਦੇ ਉੱਤੇ ਸਵਾਲ ਚੁੱਕੇ ਜਾਣਗੇ। ਇਹ ਹਿਸਟਰੀ ਹੈ ਤੇ ਇਹ ਫਿਊਚਰ ਦੇ ਵਿੱਚ ਵੀ ਹੋਏਗਾ। ਇਹਦਾ ਕੋਈ ਸੋਲਿਊਸ਼ਨ ਨਹੀਂ ਹੈ ਮੇਰੇ ਹਿਸਾਬ ਨਾਲ। ਸੋਲਿਊਸ਼ਨ ਨਹੀਂ ਹੈ, ਤੇ ਇਹਨਾਂ ਚੀਜ਼ਾਂ ਨੂੰ ਦਰਕਿਨਾਰ ਕਰਦੇ ਹੋਏ ਅੱਗੇ ਵਧਦੇ ਰਹਿਣਾ ਚਾਹੀਦਾ। ਅਸੀਂ ਇਗਨੋਰ ਕਰਦੇ ਹਾਂ, ਸੇਵਾ ਹੱਲੇ ਵੀ ਚੱਲ ਰਹੀ, ਚੱਲਦੀ ਰਹੂਗੀ। ਜਦੋਂ ਇਸ ਦਰਵਾਜ਼ੇ ਤੋਂ, ਵੈਸੇ ਤਾਂ ਕਹਿੰਦੇ ਬਾਬੇ ਨਾਨਕ ਦੇ ਦਰਵਾਜ਼ੇ ਤੋਂ ਕੋਈ ਵੀ ਖਾਲੀ ਹੱਥ ਨਹੀਂ ਜਾਂਦਾ, ਹਰ ਸੰਭਵ ਸਹਾਇਤਾ ਕੀਤੀ ਜਾਂਦੀ ਹੈ, ਪਰ ਤੁਸੀਂ ਅਜੇ ਅਗਲਾ ਸੈਟਅਪ ਲਾਉਣਾ ਹੈ। ਜਿਵੇਂ ਮੇਰੇ ਨਾਲ ਗੱਲ ਹੋਈ, ਮੈਂ ਪਤਾ ਕੀਤਾ, ਕਈ ਵਾਰ ਕੋਈ ਮਰੀਜ਼ ਅਜਿਹਾ ਆ ਜਾਂਦਾ ਹੈ ਜਿਹਦੀ ਸਥਿਤੀ ਬਹੁਤ ਜ਼ਿਆਦਾ ਗੰਭੀਰ ਹੁੰਦੀ ਹੈ, ਹਾਲਾਤ ਕਾਬੂ ਤੋਂ ਬਾਹਰ ਹੁੰਦੇ ਨੇ, ਉਦੋਂ ਹਰਤੀਰਥ ਜਾਂ ਪੂਰੀ ਟੀਮ ਦਾ ਹੌਸਲਾ ਫਿਰ ਕਿੱਦਾਂ ਦੁਬਾਰਾ ਬਿਲਡਅਪ ਹੁੰਦਾ? ਰਾਤ ਨੂੰ ਜੇ ਤੁਸੀਂ ਆਓਗੇ ਅੰਮ੍ਰਿਤ ਵੇਲੇ ਦੇ ਦੌਰਾਨ, ਇੱਥੇ ਕੀਰਤਨ ਚੱਲ ਰਿਹਾ ਹੁੰਦਾ ਸਪੀਕਰ ਦੇ ਵਿੱਚ, ਇਤਿਹਾਸ ਹੀ ਸਾਡੀ ਇੰਸਪੀਰੇਸ਼ਨ ਹੈ, ਤੇ ਉਹਨੇ ਹੀ ਸਾਨੂੰ ਇੰਸਪਾਇਰ ਕਰਨਾ ਹੈ। ਜੇ ਅਸੀਂ ਇਤਿਹਾਸ ਰੋਜ਼ ਪੜ੍ਹਦੇ ਹਾਂ, ਰੋਜ਼ ਕਿਵੇਂ ਗੁਰੂ ਮਹਾਰਾਜ ਉਹਨਾਂ ਦੇ ਸਿੰਘਾਂ ਨੇ ਸੇਵਾ ਕੀਤੀ। ਭਾਈ ਕਨਈਆ ਦਾ ਐਗਜ਼ਾਮਪਲ, ਉਹਨਾਂ ਨੇ ਰੈੱਡ ਕਰਾਸ ਸਟਾਰਟ ਕੀਤਾ, ਲੋਕਾਂ ਨੂੰ ਨਹੀਂ ਪਤਾ ਰੈੱਡ ਕਰਾਸ ਕਿੰਨੇ ਸਟਾਰਟ ਕੀਤਾ, ਭਾਈ ਕਨਈਆ ਜੀ ਨੇ ਰੈੱਡ ਕਰਾਸ। ਤੇ ਉਹੀ ਅਸੀਂ ਇੰਸਪੀਰੇਸ਼ਨ ਲੈ ਰਹੇ ਹਾਂ। ਜਿਵੇਂ ਪੂਰੀ ਟੀਮ ਨੂੰ ਰੋਜ਼ ਦੇ ਮਾਰਨਿੰਗ ਦੇ ਵਿੱਚ ਬਰੀਫਿੰਗ ਕਰਦੇ ਅਸੀਂ, ਰੋਜ਼ ਕਹਿੰਦੇ ਤੁਸੀਂ ਇਤਿਹਾਸ ਪੜ੍ਹੋ, ਕਿਸੇ ਨੇ ਪਿੱਛੇ ਨਹੀਂ ਹਟਣਾ। ਜੇ ਇੱਥੇ ਜਾਣਾ ਤੇ ਇੱਥੇ ਅਸੀਂ ਕੋਰੋਨਾ ਤੋਂ ਇਨਫੈਕਟ ਹੋ ਕੇ ਹੀ ਜਾਵਾਂਗੇ, ਕੀ ਪਤਾ 10 ਦਿਨਾਂ ਬਾਅਦ ਮੈਂ ਨਾ ਵਿਖਾ ਤੁਹਾਨੂੰ। ਬਟ ਇਹ ਡਰ ਨਹੀਂ ਸਾਡੇ ਅੰਦਰ, ਬਿਕੋਜ਼ ਸਾਨੂੰ ਪਤਾ ਕਿ 1 vs 100 ਹੈ ਇੱਥੇ। ਅਸੀਂ ਇੱਕ ਜਾਨ ਜੇ ਸਾਡੀ ਜਾ ਰਹੀ ਤੇ 100 ਜਾਨ ਅਸੀਂ ਬਚਾ ਵੀ ਰਹੇ ਹਾਂ। ਜੇ 1-2 ਜਾਨ ਜਾ ਰਹੀ ਹੈ ਤੁਹਾਨੂੰ ਕੋਈ ਦਰਦ ਨਹੀਂ ਉਹਦੇ ਵਾਸਤੇ, ਬਿਕੋਜ਼ ਅਸੀਂ ਇਹ ਵੇਖ ਰਹੇ ਪੋਜ਼ੀਟਿਵ ਇੰਪੈਕਟ ਕੀ ਹੈ ਸਾਡਾ। ਹਜ਼ਾਰਾਂ ਜਾਨਾਂ ਰੋਜ਼ ਦੀ ਅਸੀਂ ਬਚਾ ਰਹੇ ਹਾਂ। ਤੁਸੀਂ ਵੇਖੋ, ਤੁਸੀਂ ਇੰਸਟਾਗ੍ਰਾਮ ਖੋਲੋ, ਸਾਡਾ ਫੇਸਬੁੱਕ ਖੋਲੋ, ਇੰਨੇ ਕਮੈਂਟਸ ਆਉਂਦੇ ਨੇ ਕਿ ਥੈਂਕ ਯੂ, ਤੁਸੀਂ ਸਾਡੀ ਜਾਨ ਬਚਾਈ। ਉਹ ਸਾਡੇ ਵਾਸਤੇ ਇੰਸਪੀਰੇਸ਼ਨ ਹੈ ਕਿ ਵੀ ਕੈਨ ਸੀ ਦੀ ਇੰਪੈਕਟ ਟੇਕਿੰਗ ਪਲੇਸ ਗਰਾਊਂਡ ਰਿਐਲਿਟੀ ਦੇ ਉੱਤੇ। ਇਹ ਹੌਸਲਾ ਹਰਤੀਰਥ ਤੁਹਾਡਾ ਆ, ਤੁਹਾਡੇ ਵਲੰਟੀਅਰਸ ਦਾ ਆ। ਮੈਂ ਗੱਲ ਕਰ ਰਿਹਾ ਸੀ, ਵਲੰਟੀਅਰਸ ਨੂੰ ਇਕੱਠਾ ਕਰਨਾ ਬਹੁਤ ਔਖਾ ਸੀਗਾ। ਉਹਨਾਂ ਦੇ ਪਰਿਵਾਰਾਂ ਨੇ ਵੀ ਪ੍ਰੈਸ਼ਰ ਕੀਤਾ ਹੋਣਾ, ਯਾਰ ਇਹ ਉਹ ਸਮਾਂ ਆ ਜਿੱਥੇ ਤੁਹਾਨੂੰ ਬਿਮਾਰੀ ਕਦੋਂ ਪਤਾ ਵੀ ਨਹੀਂ ਕਦੋਂ ਹੋ ਜਾਣੀ ਆ। ਤੁਸੀਂ ਫਿਰ ਟੀਮ ਨੂੰ ਜੋੜ ਕੇ ਰੱਖਦੇ ਹੋ, ਕਿਵੇਂ ਜੋੜ ਕੇ ਰੱਖਦੇ ਹੋ? ਡਰ ਤਾਂ ਲੱਗਦਾ ਹੀ ਆ। ਤੁਹਾਡੀ ਟੀਮ 'ਚ ਕੋਈ ਬਿਮਾਰ ਹੋਇਆ ਤੁਹਾਡੇ ਤੋਂ ਇਲਾਵਾ? ਮੇਰੇ ਪਿਤਾ ਜੀ ਬਿਮਾਰ ਹੋਏ ਨੇ, ਉਹ ਵੀ ਟੀਮ ਦਾ ਹਿੱਸਾ ਨੇ। ਸਾਡੇ CEO ਬਿਮਾਰ ਹੋਏ ਨੇ। 2 ਸਿੰਘ ਹੋਰ ਜਿਹੜੇ ਸਾਡੇ ਨਾਲ ਸੀਗੇ ਉਹ ਵੀ ਬਿਮਾਰ ਹੋਏ ਸੀਗੇ। ਸਭ ਨੂੰ ਕਰੋਨਾ ਕਾਫੀ ਮਤਲਬ ਹੋ ਚੁੱਕਿਆ ਹੈ, 50% ਟੀਮ ਨੂੰ ਹੋ ਚੁੱਕਿਆ ਹੈ। ਇਸ਼ਾਨ, ਇੰਦਰਪ੍ਰੀਤ, ਉਹਨਾਂ ਦੇ ਜਿਹੜੇ ਉਹਨਾਂ ਦੀ ਅੰਦਰ ਟੀਮ ਸੀਗੀ, ਉਹਨਾਂ ਦੇ ਉਹ ਵੀ ਇਨਫੈਕਟ ਹੋਏ ਨੇ। ਤੇ ਬਟ ਸਾਨੂੰ ਡਰ ਨਹੀਂ ਹੈ, ਬਿਕੋਜ਼ ਸਾਨੂੰ ਪਤਾ ਹੈ ਕਿ ਅਸੀਂ ਉਹਦਾ ਕੰਮ ਕਰ ਰਹੇ ਹਾਂ, ਬਾਬੇ ਨਾਨਕ ਦਾ ਕੰਮ ਕਰ ਰਹੇ ਹਾਂ। ਉਹਨੇ ਸਾਡੀ ਰੱਖਿਆ ਕਰਨੀ ਹੈ। ਬਿਕੋਜ਼ ਕੋਈ ਆਪਸ਼ਨ ਨਹੀਂ ਹੈ ਹੁਣ। ਜੇ ਅਸੀਂ ਨਾ ਉਤਰੀ ਮੈਦਾਨ ਦੇ ਵਿੱਚ ਕੌਣ ਕਰੂਗਾ? ਤੇ ਕੋਈ ਸਾਡੇ ਕੋਲ ਆਪਸ਼ਨ ਨਹੀਂ ਹੈ। ਜ਼ਰੂਰੀ ਹੈ। ਜਾਂਦੇ ਜਾਂਦੇ ਇੱਕ ਸੁਨੇਹਾ ਉਹਨਾਂ ਲੋਕਾਂ ਦੇ ਲਈ ਜੋ ਡਰਦੇ ਨੇ, ਜੋ ਆਪਣਿਆਂ ਨੂੰ ਆਪਣਾ ਨਹੀਂ ਸਮਝ ਪਾ ਰਹੇ, ਜਾਂ ਇਨਸਾਨੀਅਤ ਜਿਨ੍ਹਾਂ ਅੰਦਰੋਂ ਮਰ ਗਈ ਹੈ। ਮੈਂ ਤਾਂ ਸਿੰਪਲੀ ਕਹਿੰਦਾ ਇਟਸ ਨਾਓ ਔਰ ਨੈਵਰ। ਤੇ ਜੇ ਤੁਸੀਂ ਹੁਣ ਨਹੀਂ ਸੇਵਾ ਕਰੋਗੇ ਤੇ ਫਿਰ ਬਹੁਤ ਲੇਟ ਹੋ ਜਾਊਗਾ, ਬਿਕੋਜ਼ ਹੁਣ ਅਸੀਂ 3rd ਵੇਵ ਵਾਸਤੇ ਵੀ ਪ੍ਰਿਪੇਅਰ ਕਰਨਾ ਹੈ, ਤੇ ਉਹ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ। ਲੋਕੀ ਕ੍ਰਿਟੀਕਲ ਜਿਹੜੀ ਸਿਚੁਏਸ਼ਨ ਨੂੰ ਸਮਝ ਨਹੀਂ ਰਹੇ, ਉਹਨਾਂ ਨੂੰ ਲੱਗ ਰਿਹਾ 2nd ਵੇਵ ਦੀ ਸਮਾਪਤੀ ਹੈ ਜੀ, ਚਲੋ ਜੀ ਛੁੱਟੀ, ਅਸੀਂ ਹੁਣ ਘਰਾਂ ਤੋਂ ਬਾਹਰ ਨਿਕਲੀ। ਉਹ ਸਿਚੁਏਸ਼ਨ ਨਹੀਂ ਹੈ। ਹੁਣ ਤੁਸੀਂ 3rd ਵੇਵ ਦੇ ਵਾਸਤੇ ਪ੍ਰਿਪੇਅਰ ਕਰ ਰਹੇ ਹੋ, ਬਿਕੋਜ਼ ਉਹ ਜ਼ਿਆਦਾ ਮੁਸ਼ਕਿਲ ਘੜੀ ਹੈ। ਉਹਦੇ ਅੰਦਰ ਵੀ ਪ੍ਰੀਖਿਆ ਲੈਣੀ ਹੈ। ਤੇ ਘਰਾਂ ਦੇ ਅੰਦਰ ਬੈਠੋ, ਜਿਹਨੇ ਸੇਵਾ ਕਰਨੀ ਉਹ ਡਟ ਕੇ ਬਾਹਰ ਆਇਓ, ਬਿਕੋਜ਼
ਇਹ ਮੌਕਾ ਦੁਬਾਰਾ ਨਹੀਂ ਮਿਲਣਾ। ਇੰਨੇ ਵੱਡੇ ਪੱਧਰ ਤੇ ਤੁਸੀਂ ਸੇਵਾ ਅਸੀਂ ਮੰਗਦੇ ਹਾਂ ਸੇਵਾ ਅਰਦਾਸ ਦੇ ਵਿੱਚ ਕਿ ਸੇਵਾ ਦਾ ਮੌਕਾ ਦਿਓ, ਸਰਬੱਤ ਦੇ ਭਲੇ ਵਾਸਤੇ ਅਸੀਂ ਰੋਜ਼ ਅਰਦਾਸ ਕਰਦੇ ਹਾਂ। ਇਹ ਹੁਣ ਘੜੀ ਆ ਗਈ ਹੈ, ਹੁਣ ਪ੍ਰੀਖਿਆ ਗੁਰੂ ਮਹਾਰਾਜ ਲੈ ਰਹੇ ਨੇ ਕਿ ਸਰਬੱਤ ਦੇ ਭਲਾ ਜੇ ਤੁਸੀਂ ਕਰਨਾ ਆ, ਹੁਣ ਮੈਦਾਨ ਦੇ ਵਿੱਚ ਉਤਰੋ, ਆਪਣਾ ਸੀਸ ਧਲੀ ਦੇ ਉੱਤੇ ਰੱਖ ਕੇ। ਜੇ ਹੁਣ ਨਹੀਂ ਤਾਂ ਫਿਰ ਕਦੇ ਵੀ ਨਹੀਂ। ਇਹ ਗੱਲ ਬਹੁਤ ਟੁਕਦੀ ਹੈ ਮੌਕੇ ਤੇ, ਮੌਜੂਦਾ ਹਾਲਾਤਾਂ ਤੇ, ਪਰ ਲੋੜ ਇਸ ਵਕਤ ਅਸੀਂ ਇਨਸਾਨੀਅਤ ਨੂੰ ਜਿਉਂਦਾ ਰੱਖੀਏ, ਆਪਣੇ ਰਿਸ਼ਤੇਦਾਰਾਂ ਦੇ, ਆਪਣੇ ਘਰਦਿਆਂ ਦੀ, ਆਪਣੇ ਆਲੇ ਦੁਆਲਿਆਂ ਦੀ ਸਹਾਇਤਾ ਕੀਤੀ ਜਾਵੇ। ਜਿਵੇਂ ਵੀ ਹੋ ਸਕਦਾ ਸਹਾਇਤਾ ਜ਼ਰੂਰ ਕਰੋ, ਕਿਸ ਤੋਂ ਮੁੱਖ ਨਾ ਮੁੜੋ, ਤਾਂ ਜੋ ਇਨਸਾਨੀਅਤ ਤਾਂ ਜਿਉਂਦੀ ਰਹੇ ਤੇ ਨਾਲ ਦੀ ਨਾਲੇ ਜੋ ਕੀਮਤੀ ਜਾਨਾਂ ਨੇ ਉਹ ਬਚਾਈਆਂ ਜਾ ਸਕਣ। ਮੈਂ ਸੁਰਖਾਬ ਆਪਣੇ ਸਹਿਯੋਗੀ ਦਲਵੀਰ ਦੇ ਨਾਲ, ਰੋਜ਼ਾਨਾ ਸਪੋਕਸਮੈਨ, ਗੁੜਗਾਉਂ।